पंथक फैसले सियासत के सवाल मुद्दे की बात जारी है। असीं सवाल पूछा सिंह साहबाना ते SGPC के फैसले सियासी प्रभाव हेठ होंदे ने कि बैंस भरावां दा बयान सही है? जवाब SMS राहीं भेजो हाँ दे PH स्पेस वाई ना दे PH स्पेस एन इसनूं भेजो 577575 ते लाइव कॉल का वेला आ गया। 2 कॉल्स लवांगे। पहले कॉलर ने साडे नाल गुरमुख सिंह ने साडे फिलहाल शायद लाइन कट गई है। सतनाम ने अगले कॉलर। सतनाम जी की है तुहाडी राय, कित्थों बोल रहे? मैं मोगा जिले तो बोल रहे हैं, बिलासपुर तो। हाँ जी हाँ जी। चौधरी साहब मैं कहना चाहना भी ਜਿਹੜੇ SGPC ਦੇ ਹੁਣ ਫੈਸਲੇ ਹੋਣ ਲੱਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ, ਇਹ ਜਿਹੜੇ ਜਥੇਦਾਰ ਨੇ ਉਹ ਮਤਲਬ RSS ਦੇ ਪ੍ਰਭਾਵ ਹੇਠ ਹੀ ਫੈਸਲੇ ਦਿੰਦੇ ਨੇ ਕਿ ਜਦੋਂ ਮਰਜੀ ਇਹਨਾਂ ਨੂੰ ਵੈਸੇ ਪੁੱਛ ਲਓ। ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਦਿੰਦਾ ਕਿ ਜਦੋਂ ਕੋਈ ਸ਼ਹੀਦ ਦੀ ਫੋਟੋ ਲਾਉਣੀ ਹੋਵੇ ਅਜਾਇਬ ਘਰ ਦੇ ਵਿੱਚ ਤਾਂ ਗਿਆਨੀ ਗੁਰਬਚਨ ਸਿੰਘ ਜੀ ਇਹ ਕਹਿ ਦਿੰਦੇ ਹੁੰਦੇ ਸੀ ਜੀ BJP ਵਾਲਿਆਂ ਨੂੰ ਪੁੱਛ ਲੈਣ ਦਿਓ, BJP ਵਾਲਿਆਂ ਨੂੰ ਪੁੱਛ ਲੈਣ ਦਿਓ। ਦੂਜੀ ਗੱਲ ਇਹ ਬਾਦਲਾਂ ਤੋਂ ਪੁੱਛੇ ਤੋਂ ਬਗੈਰ ਇਹ ਪਾਣੀ ਨਹੀਂ ਪੀਂਦੇ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਮਤਲਬ ਨਿਰੋਲ ਫੈਸਲੇ ਦਿੰਦੇ। ਚਲੋ ਧੰਨਵਾਦ ਧੰਨਵਾਦ, ਤੁਹਾਡੀ ਰਾਏ ਮਿਲ ਗਈ। ਇੱਕ ਹੋਰ ਕਾਲ ਲੈਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਮਨਜੀਤ ਨੇ ਸਾਡੇ ਨਾਲ ਅਗਲੇ ਕਾਲਰ, ਉਹ ਵੀ ਮੋਗੇ ਤੋਂ ਹੀ ਨੇ। ਮਨਜੀਤ ਜੀ ਕੀ ਹੈ ਤੁਹਾਡੀ ਰਾਏ? ਹਾਂਜੀ ਕੀ ਹੈ ਤੁਹਾਡੀ ਰਾਏ? ਹਾਂਜੀ ਮੇਰੀ ਰਾਏ ਇਹ ਆ ਵੀ ਜਿਹੜਾ ਆਪਣਾ ਇਹ ਸਵਾਲ ਚੱਲ ਰਿਹਾ ਹੈਗਾ ਜਿਹੜਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਾ ਚੱਲ ਰਿਹਾ ਹੈਗਾ ਵੀ ਉਹਨੇ ਜਿਹੜਾ ਗੁਰਬਾਣੀ ਦਾ ਜਾਂ ਜਿਹੜਾ ਹੈਗਾ ਵੀ ਗਲਤ ਜਿਹੜਾ ਹੈਗਾ ਸ਼ਬਦਾਵਲੀ ਬੋਲੀ ਆ ਤਾਂ ਕਈ ਜਿਹੜਾ ਤਰ੍ਹਾਂ ਜਿਹੜਾ ਹੈਗਾ ਕਈ ਸਿੰਘ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਬੈਠ ਕੇ ਗੱਲ ਕਰਨ ਦੀ ਤਰੀਕ ਮਿੱਥੀ, ਪਰ ਇਹ ਰਣਜੀਤ ਸਿੰਘ ਜੀ ਉੱਥੇ ਆਏ ਨਹੀਂ ਗਏ। ਤੇ ਹੁਣ ਰਣਜੀਤ ਸਿੰਘ ਜੀ ਇਹ ਦੱਸਣ ਵੀ ਸਾਰੇ ਪੰਜਾਬ ਦੇ ਵਿੱਚੋਂ ਜਾਂ ਸਿੱਖਾਂ ਦੇ ਵਿੱਚੋਂ ਇਹ ਕਿਹਦੇ ਤੇ ਯਕੀਨ ਕਰਦੇ ਨੇ ਤਾਂ ਕਿ ਜਿਹੜਾ ਹੈਗਾ ਇਹਨਾਂ ਜਿਹੜੇ ਇਸ਼ੂ ਬਣੇ ਨੇ ਉਹਨਾਂ ਦਾ ਕੋਈ ਹੱਲ ਨਿਕਲ ਸਕੇ। ਬਾਕੀ ਜਿਹੜੀ ਇਸ ਟਾਈਮ ਜਿਹੜੇ ਸਿੱਖਾਂ ਦੇ ਵਿੱਚ ਜਿਹੜੀ ਦੁਰਤਾ ਪਾਈ ਜਾ ਰਹੀ ਆ ਉਹਦੇ ਵਿੱਚ ਕਿਸੇ ਨੂੰ ਹਮਾਇਤ ਦੇਣ ਤੇ ਜਾਂ ਨਾ ਹਮਾਇਤ ਦੇਣ ਦੀ ਗੱਲ ਹੈਗੀ। ਜਦ ਤੱਕ ਜਿਹੜੇ ਹੈਗੇ ਸਿੱਖਾਂ ਦੇ ਵਿੱਚ ਜਿਹੜੇ ਇਸ਼ੂ ਚੱਲਦੇ ਨੇ ਉਹਨਾਂ ਦਾ ਹੱਲ ਕਿੱਧਰੋਂ ਹੋਈ ਹੈ ਜੀ? ਅੱਜ ਤੁਸੀਂ ਕਹਿ ਰਹੇ ਹੋ ਮਿਲ ਬੈਠ ਕੇ ਹੱਲ ਕੱਢਿਆ ਜਾਵੇ, ਤੁਸੀਂ ਇਹ ਚਾਹੁੰਦੇ ਹੋ? ਤੁਸੀਂ ਕਹਿ ਰਹੇ ਹੋ ਕਿ ਮਿਲ ਬੈਠ ਕੇ ਜਿਹੜਾ ਬਾਦਲ ਪਰਿਵਾਰ ਜਿਹੜਾ ਸਾਰਾ ਕੁਝ ਕਰਾ ਰਿਹਾ ਹੈਗਾ, ਜਿਹੜਾ ਇੰਨੇ ਚਿਰ ਤੋਂ ਜਿਹੜਾ SGPC ਦੇ ਉੱਪਰ ਕਾਬਜ਼ਾ ਅਕਾਲ ਤਖਤ ਦੇ ਜਥੇਦਾਰਾਂ ਨੂੰ ਕਹਿ ਕੇ ਸਾਰਾ ਕੁਝ ਕਰਾ ਰਿਹਾ ਹੈਗਾ ਤੇ ਜਿਹੜਾ ਹੈ ਸਿੱਖ ਕੌਮ। ਚਲੋ ਠੀਕ ਹੈ, ਤੁਹਾਡੀ ਗੱਲ ਬਹੁਤ ਲੰਬੀ ਹੋ ਰਹੀ ਹੈ। ਅਸੀਂ ਰਿਕੁਐਸਟ ਕਰਾਂਗੇ तमाम ਕਾਲਰਸ ਨੂੰ ਜਦੋਂ ਵੀ ਤੁਸੀਂ ਮੁੱਦੇ ਕੀ ਬਾਤ ਵਿੱਚ ਫੋਨ ਮਿਲਾਓ ਛੋਟੀ ਜੀ ਆਪਣੀ ਜਲਦੀ ਨਾਲ ਗੱਲ ਰੱਖ ਦਿਓ ਕਿਉਂਕਿ ਬਹੁਤ ਸਾਰੇ ਮਹਿਮਾਨ ਵੀ ਸਾਡੇ ਨਾਲ ਹੁੰਦੇ ਨੇ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। मोगे तो जोड़े कॉलर साढ़े नाल जुड़े, साढ़े नाल ने BJP के नुमाइंदे गरेवाल साहब। पहले बराड़ साहब का रिएक्शन लेंदे हैं पहले। हाँ जी बराड़ साहब। मैं सब तो पहला तो एक गल कहांगा जी कि भाई मोहकम सिंह जी ने एक गल कही है कि 5 साल बाद इलैक्शन होनी चाहिए। असीं इन्हां नाल बिल्कुल सहमत हैं क्योंकि जिहड़ी एक धਿਰ ने किसी ने हाई कोर्ट केस पाया सी इस वारी दी जिहड़ा इजलास होण तो ही 5 साल लेट हो गया। पर जे ਇਹੋ ਜਿਹੇ ਵਿਵਾਦ ਕੋਰਟ ਜਿਹੜੀਆਂ ਹੈਗੀਆਂ ਜੇ ਨਾ ਉਹਨਾਂ ਨੂੰ ਟ੍ਰੀਟ ਕਰਨ ਤਾਂ ਮੇਰਾ ਖਿਆਲ ਹੈ ਕਿ ਉਦੋਂ ਤੋਂ ਚੱਲਦਾ ਹੁੰਦਾ ਤਾਂ ਹੁਣ ਨਵੀਂ ਇਲੈਕਸ਼ਨ ਹੋ ਜਾਣੀ ਚਾਹੀਦੀ ਸੀ। ਅਸੀਂ ਸਹਿਮਤ ਹਾਂ। ਪਰ ਮੈਂ ਨਾਲ ਇਹ ਵੀ ਕਹਿਣਾ ਚਾਹੂੰਗਾ ਕਿ ਕੱਲਾ ਇਹ ਕੋਈ ਅਸੀਂ ਅਕਾਲੀ ਦਲ ਨਹੀਂ ਟਾਲਦਾ, ਇਹ ਕੋਈ ਵਿਰੋਧੀ ਧਿਰ ਗਈ ਸੀ ਤੇ ਉਹਨਾਂ ਕਰਕੇ ਟਲਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਦਿੱਲੀ ਦੇ ਵਿੱਚ ਦੁਬਾਰਾ ਇਲੈਕਸ਼ਨਾਂ ਲੜ ਕੇ ਤੇ ਦੁਬਾਰਾ ਫਿਰ ਜਿੱਤੀਆਂ। ਉੱਥੇ ਸਰਨਾ ਸਾਹਿਬ ਕਾਂਗਰਸ ਦੀ ਹਮਾਇਤ ਨਾਲ ਪੂਰੀ ਚੰਗੀ ਤਰ੍ਹਾਂ ਲੜੇ ਸੀ, ਆਮ ਆਦਮੀ ਪਾਰਟੀ ਵੀ ਲੜੀ ਸੀ। ਇਹ ਵੀ ਸਾਰੀ ਗੱਲ ਨਾਲ ਤੁਹਾਡੇ ਜਿਹੜੀ ਹੈਗੀ ਹੈ ਸਾਹਮਣੇ ਹੈਗੀ ਹੈ। ਦੂਜੀ ਮੈਂ ਬੇਨਤੀ ਕਰਾਂ ਸਰਦਾਰ ਤਰਸੇਮ ਸਿੰਘ ਜੀ ਨੂੰ ਤੁਸੀਂ ਅੱਗੇ ਵੀ ਮੇਰੇ ਖਿਆਲ 2-4 ਵਾਰੀ ਬਿਠਾਇਆ ਹੈ ਔਰ ਸਰਨਾ ਸਾਹਿਬ ਦੇ ਇਹੀ ਮੈਂਬਰ ਨੇ ਜਿਨੇ ਸਾਡਾ 5 ਬਾਣੀਆਂ ਦਾ ਪਾਠ ਹੈ ਇਹ 2 ਬਾਣੀਆਂ ਚ ਸਮਟਾਤਾ ਸੀ ਤੇ ਔਰ ਇਹਨਾਂ ਨੇ ਗੁਟਕਾ ਸਾਹਿਬ ਉਹ ਛੁਪਾਏ ਸੀ। मेरा ख्याल है ये जनता नूं सारी नूं पता है। और दूजा काम इन्होंने नवीं रीतां पातियां सी कि जिहड़े फेरे हुंदे आ जदों साडे आनंद कारज दीयां लावां हुंदियां इन्होंने लड़की नूं मूहरे ला के लाउण लई भी इन्होंने रिवाज पाया सी। इस करके सिੱਖੀ परंपरावां दा किस कहण ते किहदे कहण ते घाण करदे आ। किरपा करके इह जे अखौती ਜਿਹੜੇ ਲੋਕ ਆ ਉਹਨਾਂ ਨੂੰ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਅੱਛਾ ਅਸੀਂ ਅਖੌਤੀ ਹੋ ਗਏ 12 ਸਾਲ ਸ਼੍ਰੋਮਣੀ ਦਿੱਲੀ ਕਮੇਟੀ ਦੇ ਐਜ਼ ਅ ਚੇਅਰਮੈਨ ਦੀ ਸੇਵਾ ਕੀਤੀ ਹੈ ਔਰ ਸ਼੍ਰੋਮਣੀ ਕਮੇਟੀ ਬੋਲਿਆ ਨਹੀਂ ਹੈ। ਹਾਂਜੀ ਕਰੋ ਗੱਲ, ਤੁਹਾਡੇ ਚ ਬੋਲਿਆ ਨਹੀਂ ਹੈ। ਕਰੋ ਗੱਲ, ਮੈਂ ਤੁਹਾਡੇ ਚ ਬੋਲਿਆ ਨਹੀਂ ਹੈ। ਮਾਰੇ ਗੱਲ ਕਰੋ ਨਾ, ਤੁਹਾਡੇ ਚ ਬੋਲਿਆ ਨਹੀਂ ਹੈ। ਕਰੋ ਗੱਲ। ਹਾਂ ਇਸ ਕਰਕੇ ਬੋਲਣ ਦੀ ਲੋੜ ਨਹੀਂ ਹੈ। SGPC ਜਿਹੜੀ ਹੈ ਯੂਨੀਵਰਸਿਟੀ ਚਲਾਉਂਦੀ ਹੈ, ਮੈਡੀਕਲ ਕਾਲਜ ਚਲਾਉਂਦੀ ਹੈ, 55 ਦੇ ਕਰੀਬ ਕਾਲਜ ਚਲਾਉਂਦੀ ਹੈ, ਸਕੂਲ ਚਲਾਉਂਦੀ ਹੈ, ਬੜਾ ਕੁਝ SGPC ਚਲਾਉਂਦੀ ਹੈ। ਤੁਹਾਡੇ ਚੈਨਲ ਤੇ ਕਦੇ ਇਹ ਡਿਬੇਟ ਨਹੀਂ ਹੋਈ ਕਿ ਜਿਹੜੇ ਅੰਮ੍ਰਿਤਧਾਰੀ ਬੱਚੇ ਪੜ੍ਹਦੇ ਨੇ +2 ਤੱਕ ਸਾਰਿਆਂ ਦੀ ਫੀਸ ਮਾਫ ਹੈ, ਕਦੇ ਨਹੀਂ ਤੁਸੀਂ ਦੱਸਿਆ ਇਹ। ਤੇ ਮੈਂ ਸ਼ਮਰਤ ਜੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਤੁਹਾਡੇ ਐਡੀਟਰ ਨੂੰ ਬੇਨਤੀ ਕਰਨੀ ਚਾਹੁੰਦਾ
ਕਿ ਸਾਡੇ ਧਰਮ 'ਚ ਵਾਰ-ਵਾਰ ਦਖਲ ਨਾ ਦਿਓ। ਇਹ ਦਖਲ ਨਹੀਂ ਦਿੱਤਾ ਜਾ ਰਿਹਾ ਬਰਾੜ ਸਾਹਿਬ, ਤੁਸੀਂ ਬਸ ਇੱਕੋ ਜਿਹੜਾ ਤੁਹਾਡਾ ਏਜੰਡਾ ਰਹਿੰਦਾ ਹੈ ਨਾ, ਬਸ ਚੈਨਲ ਤੇ ਅਟੈਕ ਕਰਨਾ। ਕੋਈ ਦਖਲ ਦੀ ਗੱਲ, ਮੁੱਦੇ ਤੇ ਗੱਲ ਹੋ ਰਹੀ ਹੈ। ਢੱਡਰੀਆਂ ਵਾਲਿਆਂ ਨੇ ਇਲਜ਼ਾਮ ਲਗਾਏ, ਢੱਡਰੀਆਂ ਵਾਲਿਆਂ ਨੇ ਇਲਜ਼ਾਮ ਲਗਾਏ ਨੇ ਬਰਾੜ ਸਾਹਿਬ, ਢੱਡਰੀਆਂ ਵਾਲੇ ਨੇ ਇਲਜ਼ਾਮ ਲਗਾਏ ਨੇ 14 ਨਵੰਬਰ ਨੂੰ ਉੱਥੇ ਉਹਨਾਂ ਦਾ ਸਮਾਗਮ ਨਹੀਂ ਹੋਇਆ, ਉਹਨਾਂ ਨੇ ਇਲਜ਼ਾਮ ਲਗਾਏ, ਬੈਂਸ ਬ੍ਰਦਰਸ ਨੇ ਇਲਜ਼ਾਮ ਲਗਾਏ। ਤੁਸੀਂ ਮੁੱਦੇ ਤੇ ਰਹਿ ਲਿਆ ਕਰੋ ਨਾ, ਮੁੱਦੇ ਤੇ ਰਹਿ ਲਿਆ ਕਰੋ ਤੁਸੀਂ। ਮੈਂ ਸਮੱਸਿਆ ਹੀ ਹੈ ਪਾਰਟੀ ਵੱਲੋਂ ਕਹਿਣਾ ਕਿ ਸਾਡੇ ਧਰਮ 'ਚ ਦਖਲ ਦੇਣਾ ਬੰਦ ਕਰੋ। ਤੁਹਾਡਾ ਧਰਮ, ਤੁਸੀਂ ਬੇਅਦਬੀਆਂ ਦਾ ਇਨਸਾਫ ਦੇਤਾ, ਤੁਸੀਂ ਧਰਮ ਦੀ ਗੱਲ ਕਰਦੇ ਹੋ, ਬੇਅਦਬੀਆਂ ਦਾ ਇਨਸਾਫ ਤੁਸੀਂ ਦੇਤਾ, ਉਹ ਰਿਪੋਰਟ ਤੁਸੀਂ ਪਬਲਿਕ ਕੀਤੀ ਸੀ, ਬੇਅਦਬੀਆਂ ਦਾ ਇਨਸਾਫ ਦਿੱਤਾ ਤੁਹਾਡੀ ਪਾਰਟੀ ਨੇ, ਬੇਅਦਬੀਆਂ ਦਾ ਇਨਸਾਫ ਦਿੱਤਾ, ਪਹਿਲਾਂ ਇਹ ਦੱਸ ਦਿਓ। ਕਦੇ ਤੁਸੀਂ ਕਿਸੇ ਬੇਅਦਬੀਆਂ ਦਾ ਇਨਸਾਫ ਦੇਤਾ। ਪੰਜਾਬ ਸੁਣਨਾ ਚਾਹੁੰਦਾ ਹੈ, ਗਲੋਬਲ ਪੰਜਾਬੀ ਇੰਟਰਨੈਸ਼ਨਲ ਲੈਵਲ ਤੇ ਸੁਣਨਾ ਚਾਹੁੰਦੇ ਨੇ। ਪੰਜਾਬ ਵਿੱਚ 2000 ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਤੁਹਾਡੇ ਐਡੀਟਰ ਸਾਹਿਬ ਨੂੰ ਬੇਨਤੀ ਹੈ, ਅਸੀਂ ਕੋਈ ਤੁਹਾਡੇ ਤੇ ਉਂਗਲ ਨਹੀਂ ਚੱਕਣੀ ਚਾਹੁੰਦੇ, ਕਿਰਪਾ ਕਰਕੇ ਸਾਡੇ ਧਰਮ 'ਚ ਦਖਲ ਦੇਣ ਦੀ ਧਰਮ 'ਚ ਕੋਈ ਦਖਲ ਨਹੀਂ ਦੇ ਰਿਹਾ, ਧਰਮ ਸਭ ਦਾ ਹੈ, ਧਰਮ 'ਚ ਕੋਈ ਦਖਲ ਨਹੀਂ ਦੇ ਰਿਹਾ, ਧਰਮ ਸਭ ਦਾ ਹੈ, ਸਾਰੇ ਧਰਮਾਂ ਦੀ ਸਤਿਕਾਰ ਅਸੀਂ ਕਰਦੇ ਹਾਂ, ਇਸ ਲਈ ਪਬਲਿਕ ਸਾਡੇ ਦੇ ਨਾਲ ਹੈ, ਇਹ ਵੀ ਤੁਸੀਂ ਗੱਲ ਯਾਦ ਰੱਖੋ ਬਰਾੜ ਸਾਹਿਬ, ਪਬਲਿਕ ਸਾਡੇ ਨਾਲ ਹੈ, ਇਹ ਵੀ ਤੁਸੀਂ ਗੱਲ ਯਾਦ ਰੱਖੋ। ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਫੁੱਲ ਕਵਰੇਜ ਸਾਰੇ ਧਰਮਾਂ ਨੂੰ ਦਿੱਤੀ ਜਾਂਦੀ ਹੈ। ਮੇਰੀ ਗੱਲ ਪੂਰੀ ਹੋ ਲੈਣ ਦਿਓ, ਸਤਿਕਾਰ ਨਹੀਂ ਤੁਸੀਂ ਕਰਦੇ, ਤੁਸੀਂ ਡੰਡਾ ਫੜ ਕੇ ਲੱਗੇ ਹੋਏ ਹੋ ਸਾਡੇ ਸਿੱਖ ਧਰਮ ਦੇ। ਇਹ ਤੁਹਾਨੂੰ ਲੱਗਦਾ ਹੈ, ਇਹ ਜਨਤਾ ਨੂੰ ਨਹੀਂ ਲੱਗਦਾ, ਇਹ ਤੁਹਾਨੂੰ ਲੱਗਦਾ ਹੈ, ਇਹ ਤੁਹਾਨੂੰ ਲੱਗਦਾ ਹੈ। ਇਹ ਟਾਈਮ ਵੇਸਟ ਕਰ ਰਹੇ ਨੇ ਜੀ, ਟਾਈਮ ਵੇਸਟ ਕਰ ਰਹੇ ਨੇ, ਤੁਹਾਨੂੰ ਨਹੀਂ ਲੱਗਦਾ? ਠੀਕ ਹੈ, ਇਹ ਤੁਹਾਨੂੰ ਲੱਗਦਾ ਹੈ ਧਰਮ ਸਭ ਦਾ ਹੈ, ਸਾਰੇ ਧਰਮਾਂ ਦਾ ਸਤਿਕਾਰ ਇੱਥੇ ਹੁੰਦਾ ਹੈ, ਇਹ ਸਿਰਫ ਤੁਹਾਨੂੰ ਲੱਗਦਾ ਹੈ, ਇਹ ਸਿਰਫ ਤੁਹਾਨੂੰ ਲੱਗਦਾ ਹੈ। ਪੰਜਾਬ ਦੀ ਜਨਤਾ ਸਾਡੇ ਨਾਲ ਹੈ। ਬੇਨਤੀ ਹੈ ਕਿਰਪਾ ਕਰਕੇ ਆਪਾਂ 4 ਦਿਨ ਹੋ ਗਏ ਲਗਾਤਾਰ, 4 ਦਿਨ ਕੋਈ ਹੋਰ ਸਿੰਘ ਜੀ ਇਹ ਮਤਲਬ ਹਾਂ ਨਹੀਂ ਇਹ ਦੇਖੋ ਇਹਨਾਂ ਦੀ ਮਜਬੂਰੀ ਹੈ, ਮੁੱਦਿਆਂ ਤੇ ਗੱਲ ਕਰਨੀ ਹੈ, ਮੁੱਦੇ ਦੇ ਉੱਤੇ ਨਹੀਂ ਆਣਗੇ। ਗੱਲ ਹੈ ਕਿ ਲੰਬੇ ਲੈਕਚਰ ਦੇਣਗੇ ਔਰ ਧੌਂਸ ਦਿਖਾਣਗੇ, ਔਰ ਇਹ ਚੀਜ਼ ਇਹਨਾਂ ਦੀ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਿੱਚ ਜਿਹੜੇ ਸਰਦਾਰ ਸਾਹਿਬ ਨੇ ਇਲਜ਼ਾਮ ਲਗਾਏ ਨੇ ਕਿ ਅਸੀਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤੇ ਤਬਦੀਲ, ਇਹਨਾਂ ਦੇ ਕੋਲ ਕੋਈ ਜਵਾਬ ਹੈ, ਕੋਈ ਸਬੂਤ ਹੈ? ਅਸੀਂ ਜਦ ਅੰਮ੍ਰਿਤ ਸੰਚਾਰ ਕਰਦੇ ਹਾਂ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇ ਆਉਂਦੇ ਨੇ ਜਿਹੜੇ ਅੰਮ੍ਰਿਤ ਸੰਚਾਰ ਕਰਦੇ ਰਹੇ ਨੇ, ਸਾਡੇ 10 ਓਵਰ ਦੇ ਵਿੱਚ 12 ਸਾਲ ਦਾਸ ਐਜ ਏ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਰਿਹਾ, ਔਰ ਇਹ ਦਾਸ ਨੂੰ ਕਹਿ ਰਿਹਾ ਜੀ ਇਹ ਅਖੌਤੀ ਆਦਮੀ। ਇਹਨਾਂ ਨੂੰ ਬੰਦਾ ਪੁੱਛੇ ਕਿ ਜੇ ਦਾਸ ਅਖੌਤੀ ਆ ਤਾਂ ਸ਼੍ਰੋਮਣੀ ਕਮੇਟੀ ਨੇ 2 ਸਾਲ ਵਾਸਤੇ ਦਾਸ ਨੂੰ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਸ਼੍ਰੋਮਣੀ ਕਮੇਟੀ ਨੇ ਕਿਉਂ ਲਗਾਇਆ ਸੀ? ਇੱਕ ਗੱਲ। ਦੂਸਰੀ ਗੱਲ ਇਹ ਕਹਿ ਰਹੇ ਜੀ ਇਹਨਾਂ ਨੇ ਲਾਵਾਂ ਫੇਰੇ ਜਿਹੜੇ ਸੀ ਉਹ ਉਲਟੇ ਕਰਾ ਦਿੱਤੇ। ਅਗਰ ਕੋਈ ਸ਼ਖਸ ਗੁਰਦੁਆਰੇ ਦੀ ਬੁਕਿੰਗ ਕਰਕੇ ਤੇ ਆਪਣੀ ਮਨਮਾਨੀ ਕਰ ਦੇਵੇ, ਦਾਸ ਨੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ, ਤੁਸੀਂ ਸਾਡੇ ਉੱਤੇ ਇਲਜ਼ਾਮ ਲਗਾ ਰਹੇ ਹੋ। ਦੂਸਰਾ ਕਹਿ ਰਹੇ ਨੇ ਕਿ ਅਸੀਂ, ਇੱਕ ਮਿੰਟ ਦੀ ਗੱਲ ਸੁਣੋ, ਹੁਣ ਗੱਲ ਸੁਣ ਲਓ ਨਾ, ਤੁਸੀਂ ਗੱਲ ਸੁਣ ਲਓ, ਹੁਣ ਗੱਲ ਸੁਣੋ। 2 ਬਾਣੀਆਂ ਦੇ ਗੁਟਕਿਆਂ ਦੀ ਗੱਲ ਕਰਦੇ ਹੋ, ਗੱਲ ਹੈ ਕਿ ਉਹਨਾਂ ਗੁਟਕਿਆਂ ਦੇ ਨਾਲ ਸਾਡਾ ਕੀ ਸੰਬੰਧ ਹੈ? ਅਗਰ ਕੋਈ ABC ਆਪਣੇ ਹਿਸਾਬ ਦੇ ਨਾਲ ਗੁਟਕੇ, ਸ਼੍ਰੋਮਣੀ ਕਮੇਟੀ ਇੱਕ ਬਾਣੀ ਦਾ ਗੁਟਕਾ ਛਾਪਦੀ ਆ, ਅਸੀਂ ਉਹਦੇ ਉੱਤੇ ਇਤਰਾਜ਼ ਕਰਦੇ ਹਾਂ ਕਿ ਇੱਕ ਬਾਣੀ ਦਾ ਗੁਟਕਾ ਕਿਉਂ ਛਾਪਿਆ ਤੁਸੀਂ? ਅਗਰ ਕਿਸੇ ਨੇ 2 ਬਾਣੀਆਂ ਦੇ ਗੁਟਕੇ ਛਾਪੇ ਨੇ, 3 ਬਾਣੀਆਂ ਦੇ ਗੁਟਕੇ ਛਾਪੇ ਨੇ, ਅਸੀਂ ਕੀ ਇਤਰਾਜ਼ ਕਰ ਸਕਦੇ? ਕੀ ਤੁਸੀਂ 2? ਹਾਂ, ਸਵਾਲ ਇਹ ਹੈ ਕਿ ਇਹ ਸ਼ਖਸ ਜਿਹੜੇ ਇਸ ਤਰ੍ਹਾਂ ਦੇ ਵੀਰ ਆਉਂਦੇ ਨੇ, ਉਹ ਮੁੱਦੇ ਨੂੰ ਭਟਕਾ ਕੇ ਔਰ ਟਾਈਮ ਵੇਸਟ ਕਰਨ ਵਾਲੇ ਪਾਸੇ ਤੁਲ ਜਾਂਦੇ ਨੇ, ਜਾਤੀ ਇਲਜ਼ਾਮ ਲਗਾ ਕੇ। ਅਗਰ ਇਹਨਾਂ ਦੇ ਅੰਦਰ ਕੋਈ ਥੋੜੀ ਬਹੁਤੀ ਵੀ ਸੱਚਾਈ ਹੋਵੇ, ਕੋਈ ਪ੍ਰੂਫ ਦਿਓ ਸਾਡੇ ਸਾਹਮਣੇ, ਔਰ ਆਮੋ ਸਾਹਮਣੇ ਬੈਠ ਕੇ ਤੁਸੀਂ ਡਿਸਕਸ਼ਨ ਕਰੋ ਸਾਡੇ ਨਾਲ। ਗਰੇਵਾਲ ਸਾਹਿਬ ਤੁਸੀਂ ਮੂੰਹ ਭਰਦੇ ਹੋ, ਗਰੇਵਾਲ ਸਾਹਿਬ ਰਿਸਪੈਕਟ ਵੀ ਨਹੀਂ ਬੋਲਣ ਦੀ, ਗਰੇਵਾਲ ਸਾਹਿਬ ਨੂੰ ਵੀ ਬਾਕੀਆਂ ਨੂੰ ਵੀ ਬੋਲਣ ਦਿਓ ਤੁਸੀਂ। ਨਹੀਂ, ਉਹ ਹੁਣ ਅਸੀਂ ਤੁਹਾਡੇ ਕੋਲੋਂ ਸੈਂਸ ਸਿੱਖਾਂਗੇ, ਤੁਹਾਡੇ ਕੋਲੋਂ ਅਸੀਂ ਸੈਂਸ ਸਿੱਖਾਂਗੇ ਕਿ ਬੋਲਣਾ ਕਿਵੇਂ ਆ। ਗਰੇਵਾਲ ਸਾਹਿਬ ਇੱਥੇ ਤੁਸੀਂ ਕਾਂਗਰਸ ਪਾਰਟੀ ਦੀ ਪਿੱਠ ਤੇ ਖੜ ਕੇ ਤੁਸੀਂ ਨਿੱਕਰ ਧਾਰੀਆਂ ਦੀ ਬੁੱਕਲ ਵਿੱਚ ਵੜੇ ਹੋਏ ਹੋ। ਨਿੱਕਰ ਧਾਰੀਆਂ ਤੋਂ ਇੱਕ ਕਦਮ ਤੁਸੀਂ ਪੈਰ ਨਹੀਂ ਅੱਗੇ ਪੱਟ ਸਕਦੇ, ਔਰ ਪਿਛਲੇ 70 ਸਾਲਾਂ ਤੋਂ ਤੁਸੀਂ ਕੌਮ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ, ਔਰ ਸਾਰਾ ਪੰਜਾਬ ਪਤਤ ਹੋ ਗਿਆ ਹੈ, ਸਾਰਾ ਪੰਜਾਬ ਨਸ਼ਿਆਂ ਦੇ ਵਿੱਚ ਗਰਕ ਹੋ ਗਿਆ ਹੈ, ਔਰ ਇੱਕੋ ਚਿੰਤਾ ਹੈ ਕਿ ਬਾਦਲ ਦਾ ਕਬਜ਼ਾ ਸਿਆਸਤ ਤੇ ਵੀ ਰਹਿਣਾ ਚਾਹੀਦਾ, ਧਰਮ ਤੇ ਵੀ ਰਹਿਣਾ ਚਾਹੀਦਾ। ਭਾਈ ਮੋਹਕਮ ਸਿੰਘ ਅੰਮ੍ਰਿਤਸਰ ਤੋਂ ਸਾਡੇ ਨਾਲ ਲਾਈਵ ਨੇ। ਭਾਈ ਮੋਹਕਮ ਸਿੰਘ ਜੀ, ਜੇ ਮੁੱਦਿਆਂ ਤੇ ਗੱਲ ਕਰੀਏ ਤਾਂ ਫਿਰ ਉਂਗਲ ਤੁਹਾਡੇ ਵੱਲ ਨੂੰ ਹੀ ਘੁਮਾ ਦਿੱਤੀ ਜਾਂਦੀ ਹੈ, ਇਹ ਕਿੱਥੋਂ ਦੀ ਗੱਲ ਹੋਈ? ਝੂਠੀਆਂ ਗੱਲਾਂ ਕਰਨੀਆਂ ਇਹਨਾਂ ਦੀ ਆਦਤ ਬਣੀ ਹੋਈ ਹੈ। ਭਾਈ ਮੋਹਕਮ ਸਿੰਘ, ਹੈਲੋ। ਹਾਂਜੀ। ਬੇਨਤੀ ਹੈ ਕਿ ਮੈਂ ਸਰਦਾਰ ਤਰਸੇਮ, ਬੇਨਤੀ ਸੁਣਿਓ, ਮੈਂ ਸਰਦਾਰ ਤਰਸੇਮ ਸਿੰਘ ਜੀ ਤੇ ਬਰਾੜ ਸਾਹਿਬ ਨੂੰ ਬੇਨਤੀ ਕਰਾਂਗਾ ਨਿਮਰਤਾ ਨਾਲ
ਕਿ ਥੋੜਾ ਜਿਹਾ ਸੰਜਮ 'ਚ ਆਓ। ਜੇ ਆਪਾਂ ਵਿਚਾਰ ਕਰਨ ਬੈਠੇ ਆ ਤੇ ਵਿਚਾਰ ਜਿਹੜੀ ਸੰਜਮ ਨਾ ਕਰੋ। ਵੇਖੋ ਗੱਲ ਬੜੀ ਸਪਸ਼ਟ ਹੈ ਤੇ ਸਾਫ਼ ਹੈ ਕਿ ਇਹ ਮਸਲਾ ਜਿਹੜਾ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਵਿੱਚ ਤੇ ਬਾਬਾ ਢੱਡਰੀਆਂ ਦੇ ਵਿਚਾਲੇ ਜਿਹੜਾ ਇਹ ਦੁਬਿਧਾ ਪੈ ਗਈ ਹੈ, ਜੋ ਹਾਲਾਤ ਬਣੇ ਆ, ਇਹ ਬਿਲਕੁਲ ਸਲੀਅਤ ਹੈ ਕਿ ਜਦ ਉਹ ਭਾਈ ਭੁਪਿੰਦਰ ਸਿੰਘ ਦਾ ਕਤਲ ਹੋਇਆ ਤੇ ਮੈਂ ਉਹਦੇ ਸੰਸਕਾਰ ਤੇ ਵੀ ਗਿਆ, ਮੈਂ ਉਹਦੇ ਦੁਸਹਿਰੇ ਤੇ ਵੀ ਗਿਆ। ਮੈਂ ਬਾਬਾ ਹਰਨਾਮ ਸਿੰਘ ਜੀ ਨੂੰ ਵੀ ਮਿਲ ਕੇ ਬੇਨਤੀ ਕੀਤੀ ਸੀ, ਮੈਂ ਬਾਬੇ ਢੱਡਰੀਆਂ ਨੂੰ ਵੀ ਬੇਨਤੀ ਕੀਤੀ ਸੀ, ਇਹ ਝਗੜੇ ਨੂੰ ਵਧਾਓ ਨਾ, ਇਹਨੂੰ ਘਟਾਓ, ਇਹਨੂੰ ਖਤਮ ਕਰੋ, ਸਮਾਪਤ ਕਰੋ। ਮੈਂ ਅੱਜ ਵੀ ਚਾਹੁੰਦਾ ਕਿ ਇਸ ਮਸਲੇ ਦਾ ਬੈਠ ਕੇ ਹੱਲ ਕੱਢਿਆ ਜਾ ਸਕਦਾ, ਇਹਦਾ ਸਾਰਥਕ ਨਤੀਜੇ ਕੱਢੇ ਜਾ ਸਕਦੇ ਆ। ਇਹਨਾਂ ਨੂੰ ਸਹੀ ਰਸਤੇ ਤੇ ਧਰਮ ਪ੍ਰਚਾਰ ਦਾ ਜਿਹੜਾ ਕੰਮ ਹੈ ਉਹ ਕਰਨਾ ਚਾਹੀਦਾ ਔਰ ਉਸ ਪਾਸੇ ਵੱਲ ਆਪਣੀਆਂ ਦੂਰੀਆਂ ਘਟਾਉਣੀਆਂ ਚਾਹੀਦੀਆਂ ਨੇ। ਜੇ ਦੂਰੀਆਂ ਘਟਾਵਾਂਗੇ ਪੰਥ ਦਾ ਭਲਾ ਹੈ ਤੇ ਸਮਾਜ ਦਾ ਵੀ ਭਲਾ ਹੈ। ਪਰ ਇਹ ਰਾਜਨੀਤਿਕ ਲੋਕ ਜਿਹੜੇ ਨੇ ਦੂਰੀਆਂ ਘਟਾਉਣ ਦੀ ਬਜਾਏ ਇੱਕ ਦੂਜੇ ਦੀਆਂ ਦੂਰੀਆਂ ਨੂੰ ਉਛਾਲ। ਭਾਈ ਮੋਹਕਮ ਸਿੰਘ ਜੀ, ਜਦੋਂ 1978 ਦੇ ਹਾਲਾਤਾਂ ਵਾਲੀ ਗੱਲ ਕਹੀ ਜਾਂਦੀ ਹੈ ਔਰ ਇਹਦੇ 'ਚ ਬਾਦਲ ਕੇ ਬੇਨਤੀ ਸੁਣੋ, ਇਹਦੇ ਵਿੱਚ ਬਾਦਲ ਕਿਆਂ ਦਾ ਵੱਡਾ ਰੋਲ ਹੈ ਕਿ ਬਾਦਲ ਕੇ ਨਹੀਂ ਚਾਹੁੰਦੇ ਕਿ ਪੰਥ ਇਕੱਠਾ ਹੋ ਕੇ ਬੈਠੇ, ਬਾਦਲ ਕੇ ਨਹੀਂ ਚਾਹੁੰਦੇ ਕਿ ਜੇ ਪੰਥ ਇਕੱਠਾ ਹੋ ਗਿਆ ਤੇ ਫਿਰ ਉਹਨਾਂ ਨੂੰ ਪਤਾ ਕਿ ਬਾਦਲ ਕਿਆਂ ਦੀ ਨਹੀਂ ਚੱਲਣੀ। ਇਹ ਸਮੱਸਿਆ ਸਭ ਤੋਂ ਵੱਡੀ ਔਰ ਇਹ ਸਾਰੀਆਂ ਸਮੱਸਿਆਵਾਂ ਉਹ ਪੈਦਾ ਕਰਦਾ। ਮੁੜ ਕੇ ਇਹਨੂੰ ਚਾਰ ਚੁਫੇਰੇ ਤੁਸੀਂ ਕਿਸੇ ਇਸ਼ੂ ਤੇ ਲੈ ਲਓ, ਹਰ ਇਸ਼ੂ ਜਿਹੜਾ ਉਹਦੇ ਪੈਰੋਂ ਆਰੰਭ ਹੋਇਆ ਉਹ ਜੇ ਚਾਹੇਗਾ ਜਿੱਧਰ ਨੂੰ ਉਧਰ ਨੂੰ ਘੁਮਾ ਦਿੰਦਾ। ਸੋ ਬੇਨਤੀ ਮੇਰੀ ਇਹ ਆ ਕਿ ਜਿਹੜੀ ਚਰਨਜੀਤ ਸਿੰਘ ਨੇ ਗੱਲ ਕਹੀ ਕਿ ਕੋਰਟ ਵਿੱਚ ਚਲੇ ਜਾਂਦੇ ਆ, ਮੈਂ ਚਰਨਜੀਤ ਸਿੰਘ ਛੋਟੇ ਵੀਰ ਨੇ, ਹੋ ਸਕਦਾ ਉਦੋਂ ਛੋਟੇ ਹੋਣ ਨਾ ਪਤਾ ਹੋਵੇ, 79 ਦੇ ਆਰੰਭ ਵਿੱਚ ਫਰਵਰੀ ਮਾਰਚ ਦੀ ਇਲੈਕਸ਼ਨ ਤੋਂ ਲੈ ਕੇ ਤੇ 96 ਦੇ ਨਵੰਬਰ ਤੱਕ ਦੀ ਇੱਕ ਇਲੈਕਸ਼ਨ ਹੋਈ ਜਿਹਦੇ 'ਚ ਕੋਈ ਬੰਦਾ ਵੀ ਕੋਰਟ 'ਚ ਨਹੀਂ ਗਿਆ, ਇੱਕ ਵੀ ਨਹੀਂ ਗਿਆ। ਔਰ 18-19 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ, ਬੰਦਾ ਕੋਰਟ 'ਚ ਕੋਈ ਨਹੀਂ ਜਾਂਦਾ। ਦੂਜੀ ਇੱਕ 66 ਤੋਂ ਲੈ ਕੇ 79 ਤੱਕ ਹੁੰਦੀ ਹੈ, ਉਹਦੇ 'ਚ ਕੋਈ ਬੰਦਾ ਕੋਰਟ 'ਚ ਇੱਕ ਬੰਦਾ ਵੀ ਨਹੀਂ ਗਿਆ, ਇੱਕ ਕੇਸ ਵੀ ਨਹੀਂ ਗਿਆ, ਕਿਸੇ ਇੱਕ ਮੈਂਬਰ ਨੇ ਵੀ ਨਹੀਂ ਕਿਹਾ। ਸੋ ਸਮੱਸਿਆ ਇਹ ਨਹੀਂ ਹੈਗੀ, ਸਮੱਸਿਆ ਇਹ ਆ ਕਿ ਜਦੋਂ ਬਾਦਲ ਨੂੰ ਛੂਟ ਬੈਠੇ ਕਿ ਬਾਦਲ ਦੀ ਪੋਜੀਸ਼ਨ ਠੀਕ ਹੈ ਉਦੋਂ ਇਲੈਕਸ਼ਨ ਹੋਏਗੀ, ਉਹਨਾਂ ਚਿਰ ਇਲੈਕਸ਼ਨ ਨਹੀਂ ਹੋਏਗੀ ਕਿਉਂਕਿ ਇਹ ਠੇਕਾ ਲੈ ਰੱਖਿਆ ਪੰਥ ਦਾ ਇਸ ਪਰਿਵਾਰ ਨੇ। ਇਹ ਠੇਕਾ ਜਿਹੜਾ ਟੁੱਟਣਾ ਚਾਹੀਦਾ, ਇਹ ਗਲਤ ਹੈ। ਸੋ ਮੈਂ ਬਰਾੜ ਸਾਹਿਬ ਨੂੰ ਬੜੇ ਵੀਰ ਨੂੰ ਬੇਨਤੀ ਕਰਾਂਗਾ ਵੀ ਤਗੜਾ ਹੋ ਕੇ ਸਾਡਾ ਸਾਥ ਦੇ। ਆਪਾਂ 5 ਸਾਲਾਂ ਬਾਅਦ ਇਲੈਕਸ਼ਨ ਕਰਾਉਣ ਲਈ ਮਜਬੂਰ ਕਰੀਏ ਬਾਦਲ ਨੂੰ, ਤੂੰ ਵੀ ਸਾਥ ਦੇ, ਪੜਿਆ ਲਿਖਿਆ ਇਨਸਾਨ ਹੈ, ਇਸ ਵਿੱਚ ਆਪਣਾ ਯੋਗਦਾਨ ਪਾ। ਬਾਦਲ ਦੇ ਦਰਵਾਜ਼ੇ ਅੱਗੇ ਧਰਨਾ ਦੇ ਕੇ ਬੈਠੇ ਜੇ ਐਸਜੀਪੀਸੀ ਦੇ ਮੈਂਬਰ ਵੀ ਕਿਉਂ ਨਹੀਂ ਇਲੈਕਸ਼ਨ ਕਰਾਉਂਦੇ? ਸੰਧੂ ਸਾਹਿਬ ਕਿਉਂ ਨਹੀਂ ਹਰਸਿਮਰਤ? ਠੀਕ ਹੈ, ਸੰਧੂ ਸਾਹਿਬ ਕੋ ਚੱਲਦੇ हैं। तारा सिंह संधू ने कांग्रेस ਦੇ ਨੁਮਾਇੰਦੇ। ਸੰਧੂ ਸਾਹਿਬ, ਇੱਥੇ ਮਤਲਬ ਮਿਲ ਬੈਠ ਕੇ ਗੱਲ ਨਿਪਟਾਉਣ ਦੀ ਗੱਲ ਹੋ ਰਹੀ ਹੈ, ਪਰ ਜਦੋਂ 1978 ਦੇ ਹਾਲਾਤਾਂ ਵਾਲੀ ਗੱਲ ਹੁੰਦੀ ਹੈ, ਮਤਲਬ ਤੁਹਾਡੀ ਸਰਕਾਰ 'ਚ ਵੀ ਜੇ ਕੋਈ ਕਹਿ ਜਾਵੇ ਕਿ 1978 ਵਾਲੇ ਹਾਲਾਤ ਬਣ ਜਾਣਗੇ, ਫਿਰ ਤੁਹਾਡੇ ਵਾਸਤੇ ਵੀ ਚੁਣੌਤੀ ਹੈ ਇਹ। ਇਹਦਾ ਕਾਰਨ ਹੈ ਜੀ ਕਿ ਜਿੰਨੀ ਦੇਰ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਿਲੀਜੀਅਸ ਸੀਟ ਇੱਕ ਹੋਰ ਚੀਜ਼ ਹੈ, ਉਹਦੇ ਉੱਪਰ ਬੈਠਾ ਹੋਇਆ ਵਿਅਕਤੀ ਕਿਹਨੇ ਬਿਠਾਇਆ, ਕਿਸ ਤਰ੍ਹਾਂ ਕੰਮ ਕਰਦਾ, ਉਹ ਇੱਕ ਹੋਰ ਚੀਜ਼ ਹੈ। ਜਦੋਂ ਅਕਾਲੀ ਫੂਲਾ ਸਿੰਘ ਜੀ ਇਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਿਮਾਣਾ ਸਿੱਖ ਬਣ ਕੇ ਉਹਨਾਂ ਦੇ ਸਾਹਮਣੇ ਖੜਾ ਸੀ ਤੇ ਉਹਨੂੰ ਸਜ਼ਾ ਸੁਣਾਈ ਸੀ। ਠੀਕ ਹੈ। ਦੂਜੇ ਪਾਸੇ ਮੈਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੀ ਐਗਜ਼ਾਮਪਲ ਦੇਤੀ ਹੈ। ਪੰਜਾਬ ਨੇ 12 ਸਾਲ ਉਹ ਦਿਖਾਂਤ ਭੋਗਿਆ, ਪੰਜਾਬ ਅਜੇ ਤੱਕ ਭੁੱਲਿਆ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਹੜੀਆਂ ਤਾਕਤਾਂ ਨੇ ਕਿਸ ਕਿਸ ਪਾਸੋਂ ਵਰਤਿਆ। ਇਸ ਕਰਕੇ ਮਿਹਰਬਾਨੀ ਕਰਕੇ ਇਹਨੂੰ ਧਾਰਮਿਕ ਜਿਹੜੇ ਕਾਰੋਬਾਰ ਹੈ ਧਾਰਮਿਕ ਕੀਤਿਆਂ ਤੱਕ ਮਹਦੂਦ ਰੱਖੋ। ਜੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਰਾਜਨੀਤੀ ਲਈ ਇਹ ਸੀਟ ਨੂੰ ਵਰਤਿਆ ਜਾਂਦਾ ਤਾਂ ਮੈਂ ਸਮਝਦਾ ਕਿ ਬਹੁਤ ਮੰਦਭਾਗੀ। ਰਾਜਨੀਤਿਕ ਰੰਗਤ ਕਿਵੇਂ ਖਤਮ ਹੋਏਗੀ ਸੰਧੂ ਸਾਹਿਬ? ਇਹ ਰੰਗਤ ਕਿਵੇਂ ਖਤਮ ਹੋਏਗੀ ਤੇ ਅੱਗੇ ਵੀ ਹੈ ਜੀ? ਸਿਆਸੀ ਰੰਗਤ ਕਿਵੇਂ ਖਤਮ ਹੋਏਗੀ? ਰੰਗਤ ਇਹ ਹੈ ਵੀ ਜਿਸ ਤਰ੍ਹਾਂ ਡੈਮੋਕ੍ਰੈਟਿਕ ਸੰਧੂ ਸਾਹਿਬ ਡੈਮੋਕ੍ਰੈਟਿਕ ਇਲੈਕਸ਼ਨ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬੱਤ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੀ ਚੋਣ ਹੋਵੇ, ਜਥੇਦਾਰ ਸਾਹਿਬ ਉਸ ਸੀਟ ਦੀ ਜਿਹੜੀ ਰਿਲੀਜੀਅਸ ਮਰਿਆਦਾ ਉਹਦੀ ਸੀਮਾ ਤੱਕ ਰਹਿਣ, ਉਹ ਸਿਆਸਤ ਨਾ ਆਉਣ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਧਰਨਿਆਂ ਨੂੰ ਜਾ ਕੇ ਸੰਬੋਧਨ ਕਰੂਗਾ ਤਾਂ ਅਪੁਆਇੰਟਿੰਗ ਅਥਾਰਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ, ਫਿਰ ਤੁਸੀਂ ਕਿਵੇਂ ਬਚ ਸਕਦੇ ਆ ਸਿਆਸਤ ਕਰਨ ਤੋਂ? ਜੀ ਦੇਖੋ, ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨੇ ਬਕਾਇਦਾ ਇਹ ਸੁਝਾਅ ਵੀ ਦਿੱਤਾ ਸੀ ਕੌਮ ਦੇ ਸਾਹਮਣੇ। ਪਾਰਟੀ ਦੇ ਤੌਰ ਤੇ ਜ਼ਰੂਰ ਕਹੂੰਗਾ ਕਿ ਕਾਂਗਰਸ ਪਾਰਟੀ ਨੂੰ ਘੱਟੋ ਘੱਟ ਕੋਈ ਅਧਿਕਾਰ ਨਹੀਂ ਹੈ ਸਲਾਹ ਦੇਣ ਦਾ, ਇਹ ਕਿਉਂਕਿ
ਜਿਹੜੀ ਪਾਰਟੀ ਸ਼੍ਰੀ ਅਕਾਲ ਸਾਹਿਬ ਨੂੰ ਢਾਹ ਢੇਰੀ ਕਰਨ 'ਚ ਜ਼ਿੰਮੇਵਾਰ ਹੋਵੇ, ਮੇਰਾ ਖਿਆਲ ਹੈ ਉਹਨਾਂ ਦੀ ਟਿੱਪਣੀ ਕਰਨਾ ਵੀ ਇਹਦੇ ਤੇ ਵਾਜਬ ਨਹੀਂ। ਜਾਤੀ ਤੌਰ ਤੇ ਭਾਵੇਂ ਚਲੋ ਮੇਰੇ ਤੋਂ ਵੱਡੇ ਨੇ, ਮੈਂ ਇਹਨਾਂ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ। ਦੇਖੋ ਇਹ ਕਿੰਨੀ ਸਿਧਾਂਤ ਤੋਂ ਵਿਰੁੱਧ ਗੱਲ ਹੈ। ਇੱਕ ਅਕਾਲੀ ਦਲ ਦਾ ਨੁਮਾਇੰਦਾ ਇਹ ਕਵੇ ਕਿ ਜਿਹੜਾ ਕੋਈ ਕਾਂਗਰਸੀ ਸਿੱਖ ਆ ਉਹ ਜਿਹੜਾ ਉਹ ਸਿੱਖ ਧਰਮ ਬਾਰੇ ਗੱਲ ਨਹੀਂ ਕਰ ਸਕਦਾ, ਜਾਣੀ ਕਿ ਬੀਜੇਪੀ ਵਿੱਚ ਜਿਹੜਾ ਸਿੱਖ ਹੈ ਉਹ ਗੱਲ ਕਰ ਸਕਦਾ ਹੈ, ਕਮਿਊਨਿਸਟ ਪਾਰਟੀ ਵਿੱਚ ਸਿੱਖ ਜਿਹੜਾ ਉਹ ਗੱਲ ਕਰ ਸਕਦਾ ਹੈ। ਗਰੇਵਾਲ ਸਾਹਿਬ ਨੂੰ ਵੀ ਬੋਲਣ ਦੇ, ਹੁਣ ਕਾਫੀ ਦੇਰ ਹੋ ਗਈ। ਗਰੇਵਾਲ ਸਾਹਿਬ, ਸਮਰਤ ਚੌਧਰੀ ਜੀ, ਗਰੇਵਾਲ ਸਾਹਿਬ, ਚੌਧਰੀ ਜੀ, ਸਮਰਤ ਗਰੇਵਾਲ ਸਾਹਿਬ ਟਾਈਮ ਮੰਗ ਲੈਣਾ, ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦਿਓ। ਸਮਰਤ ਜੀ, ਮੇਰੀ ਬੇਨਤੀ ਹੈ ਕਿ ਮੈਨੂੰ ਮੈਸੇਜ ਆ ਰਿਹਾ ਕਿ ਮੇਰੀ ਆਵਾਜ਼ ਘੱਟ ਕਰ ਦਿੰਦੇ। ਇੱਕ ਆਵਾਜ਼ ਕੱਟਣ ਵਾਲਾ ਕੰਮ ਇੱਥੇ ਨਹੀਂ ਹੁੰਦਾ ਬਰਾੜ ਸਾਹਿਬ, ਇਹ ਆਵਾਜ਼ ਕੱਟਣ ਵਾਲਾ ਕੰਮ ਇੱਥੇ ਨਹੀਂ ਹੁੰਦਾ। ਸਾਨੂੰ ਤੁਹਾਡੀ ਸਪਸ਼ਟ ਆਵਾਜ਼ ਆ ਰਹੀ ਹੈ, ਅਸੀਂ ਨੋਇਡਾ ਤੋਂ ਚੰਡੀਗੜ੍ਹ ਲਿੰਕ ਆ। ਇਹ ਆਵਾਜ਼ ਕੱਟਣ ਵਾਲੀ ਗੱਲ ਕਿਤੇ ਹੋਰ ਹੁੰਦੀ ਹੋਏਗੀ, ਇੱਥੇ ਨਹੀਂ ਹੁੰਦੀ। ਇਹ ਇੱਥੇ ਨਹੀਂ ਹੁੰਦੀ ਹੈ, ਇਹ ਇੱਥੇ ਨਹੀਂ ਹੁੰਦੀ ਹੈ। ਪੰਜਾਬ ਜਾਣਦਾ ਹੈ, ਪੰਜਾਬ ਜਾਣਦਾ ਹੈ, ਇਹ ਪੰਜਾਬ ਜਾਣਦਾ ਹੈ। ਮੈਨੂੰ ਅੰਮ੍ਰਿਤਸਰ ਪੂਰੀ ਸਾਰੇ ਗੈਸਟ ਇਕੱਠੇ ਬੈਠੇ, ਸਾਰਿਆਂ ਦੀ ਆਵਾਜ਼ ਆ ਰਹੀ ਹੈ, ਤੁਹਾਡੀ ਆਵਾਜ਼ ਨਹੀਂ ਆ ਰਹੀ। ਇਹ ਤੁਹਾਡੀ ਆਵਾਜ਼, ਇਹਦਾ ਮਤਲਬ ਬੜੀ ਅਜੀਬ ਜੀ ਗੱਲ ਹੈ। ਮੈਨੂੰ ਕੀ ਦੱਸ ਦਿਓ ਵੀ ਕੀ ਹੁੰਦਾ ਤੇ ਕੀ ਨਹੀਂ ਹੁੰਦਾ, ਇਸ ਕਰਕੇ ਇਹਨਾਂ ਜਨਾ ਵਾਲਾ ਦੱਸੋ, ਮੈਨੂੰ ਸਾਰਾ ਪਤਾ ਟੈਕਨੀਕਲੀ। ਹਾਂ, ਤੁਹਾਨੂੰ ਤਾਂ ਪਤਾ ਹੀ ਹੈ ਸਾਰਾ, ਉਹ ਤਾਂ ਤੁਹਾਨੂੰ ਪਤਾ ਹੀ ਹੋਣਾ। ਇੱਕ ਗੱਲ ਹੋਰ ਦੱਸ ਦਿਆਂ, 2000 ਪਤਾ ਟੋਟਲ ਟੈਕਨੀਕਲ ਕੰਮ ਪਤਾ, ਕਿਵੇਂ ਟੈਲੀਫੋਨ ਆਉਂਦੇ ਆ, ਕਿਵੇਂ ਆਪਾਂ ਗੱਲ ਕਰਨੀ ਹੈ, ਸਾਰਾ ਮੈਨੂੰ ਪਤਾ। ਉਹ ਸਾਨੂੰ ਕੋਈ ਭੁਲੇਖਾ ਨਹੀਂ ਹੈ। ਜਿਵੇਂ ਜੇ ਆਪਾਂ ਇੱਕ ਦੂਜੇ ਦੀ ਪੱਗ ਲਾਉਣੋਂ ਨਹੀਂ ਹਟਾਂਗੇ, ਜੇ ਸਾਡੀ ਤੁਸੀਂ ਪੱਗ ਨੂੰ ਪਾਉਂਗੇ ਤਾਂ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਵੀ ਇਸ ਗੱਲ ਦਾ ਸੇਕ ਪਹੁੰਚੂਗਾ। ਮੇਰੀ ਹੱਥ ਬੰਨ ਕੇ ਬੇਨਤੀ ਇਹਨਾਂ ਗੱਲਾਂ 'ਚ ਨਾ ਦੇਖੋ, ਇਹੀ ਤਾਂ ਸਮੱਸਿਆ ਹੈਗੀ ਆ, ਮਤਲਬ ਕਿ ਇਹੀ ਤਾਂ ਸਮੱਸਿਆ ਹੈਗੀ ਆ ਕਿ ਜਦੋਂ ਇਹ ਪੱਗਾਂ ਨੂੰ ਹੱਥ ਪਾਉਣ ਦੀ ਗੱਲ ਕਰਦੇ ਨੇ, ਧੱਕੇਸ਼ਾਹੀ ਦੀ ਗੱਲ ਹੈ। ਸ਼ਰੇਆਮ ਮੀਡੀਆ ਦੇ ਵਿੱਚ ਅਗਰ ਇਹ ਸੱਜਣ ਇਹ ਗੱਲ ਕਹਿ ਸਕਦੇ ਨੇ, ਦੱਸੋ ਇਹਨਾਂ ਦੀ ਸਿੰਸੈਰਿਟੀ ਦਾ ਇੱਥੋਂ ਪਤਾ ਲੱਗਦਾ ਹੈ। ਪਰ ਇਹ ਵੀ ਦੇਖੋ ਕਿ 3 ਗੈਸਟ ਉੱਥੇ ਬੈਠੇ ਆ, ਪੰਜਾਬ ਸੁਣ ਰਿਹਾ ਹੈ, 3 ਗੈਸਟ ਇੱਕ ਸਟੂਡੀਓ 'ਚ ਬੈਠੇ, ਸਾਰਿਆਂ ਦੀ ਆਵਾਜ਼ ਆ ਰਹੀ ਹੈ, ਇੱਕ ਦੀ ਆਵਾਜ਼ ਨਹੀਂ ਆ ਰਹੀ, ਇੱਕ ਦੀ ਆਵਾਜ਼ ਨਹੀਂ ਆ ਰਹੀ, ਸਾਰਿਆਂ ਦੀ ਆਵਾਜ਼ ਆ ਰਹੀ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਭਾਈ ਮੋਹਕਮ ਸਿੰਘ ਨੂੰ ਅੰਮ੍ਰਿਤਸਰ ਆਵਾਜ਼ ਪਹੁੰਚ ਰਹੀ ਹੈ ਸਾਰੀ, ਪਰ ਇੱਥੇ ਤੁਸੀਂ ਕਹਿ ਰਹੇ ਹੋ ਕਿ ਬਾਕੀ ਪੰਜਾਬ ਨਹੀਂ ਪਹੁੰਚ ਰਹੀ। ਕੋਈ ਗੱਲ ਨਹੀਂ। ਦੇਖੋ, ਇਹ ਸਮੱਸਿਆ ਦੇਖੋ ਤਾਂ ਹੱਲ ਹੋ ਸਕਦੀ ਹੈ ਜਦ ਅਸੀਂ ਸਰਬੱਤ ਖਾਲਸਾ ਦੇ ਵਿੱਚ ਸਰਬੱਤ ਖਾਲਸਾ ਨੂੰ ਬੁਲਾਉਂਦੇ ਨੇ। ਸਰਨਾ ਸਾਹਿਬ 2007 ਦੇ ਵਿੱਚ ਆਪ ਮਾਫੀਨਾਮਾ ਲੈ ਕੇ ਡੇਰੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਆ। ਇਹ ਇਸ ਗੱਲ ਦਾ ਜਵਾਬ ਦੇ ਦੇਣੇ, ਇਹ ਗਏ ਆ ਕਿ ਨਹੀਂ ਗਏ? ਇਸ ਕਰਕੇ ਕੀ ਉੱਥੇ ਕੀਤਾ ਸਰ ਤਰਸੇਮ ਸਿੰਘ ਜੀ, ਆਪਾਂ ਉਸ ਮਰਜ਼ਾਦਾ 'ਚ ਰਹਿ ਕੇ ਗੱਲਾਂ ਕਰੀਏ। 24 ਘੰਟੇ ਬਾਦਲ ਪਰਿਵਾਰ ਨੂੰ ਗਾਲਾਂ ਕੱਢਣ ਤੇ 24 ਘੰਟੇ ਸ਼੍ਰੀ ਅਸੀਂ ਬਾਦਲ ਸਾਹਿਬ ਨੂੰ ਇੱਕੋ ਬੇਨਤੀ ਕਰਦੇ ਹਾਂ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਸੀਂ ਨਿਊਟਰਲ ਕਰ ਦਿਓ, ਉਹਨਾਂ ਨੂੰ ਸਾਰਿਆਂ ਦੇ ਸਾਂਝੇ ਜਥੇਦਾਰ ਬਣਾ ਦਿਓ। ਉਹ ਕੇਵਲ ਅਕਾਲੀ ਦਲ ਬਾਦਲ ਦੇ ਜਥੇਦਾਰ ਨਾ ਹੋਣ, ਸਾਰੀ ਕੌਮ ਦੇ ਜਥੇਦਾਰ ਹੋਣ। ਅਸੀਂ ਬਾਦਲ ਸਾਹਿਬ ਦੇ ਨਾਲ ਕੋਈ ਸਾਡੀ ਜਾਤੀ ਰੰਜਿਸ਼ ਨਹੀਂ ਹੈ। ਅਗਰ ਸਿੱਖ ਸਿਧਾਂਤ ਨੂੰ ਉਹ ਆਪਣੀ ਪਕੜ ਵਿੱਚ ਰਾਜਨੀਤੀ ਨੂੰ ਸੰਭਾਲਣ, ਮਗਰ ਧਰਮ ਨੂੰ ਉਹ ਨਾ ਕੁੰਡਾ ਰੱਖਣਾ ਆਪਣਾ। ਅਸੀਂ ਇਹ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਨ ਔਰ ਅਕਾਲ ਤਖਤ ਸਾਹਿਬ ਤਖਤਾਂ ਨੂੰ ਆਜ਼ਾਦ ਕਰਨ। ਚਲੋ ਠੀਕ ਹੈ, ਭਾਈ ਮੋਹਕਮ ਸਿੰਘ ਦਾ ਰਿਐਕਸ਼ਨ ਹੈ। ਭਾਈ ਮੋਹਕਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, मतलब पूरे पंजाब ਨੂੰ ਆਵਾਜ਼ ਜਾ ਰਹੀ ਹੈ, ਨੋਇਡਾ ਚੰਡੀਗੜ੍ਹ 'ਚ ਪੂਰੀ ਆਵਾਜ਼ ਇਕੱਠੀ। ਉਹੀ ਖਤਮ ਕਰ ਲੈਣਾ ਜਿਹੜਾ ਸਿੱਖ ਪੰਥ ਦਾ ਐਡਾ ਵੱਡਾ ਦੁਸ਼ਮਣ ਹੈ, ਟਾਈਟਲਰ ਨਾਲੋਂ ਆਪਦੀ ਘੱਟੋ-ਘੱਟ ਹਿੱਸੇਦਾਰੀ ਖਤਮ ਕਰ ਲੈਣ। ਤੁਸੀਂ ਤਾਂ ਤੁਹਾਡੇ ਨਾਲ ਬੈਠੇ ਹੋਏ ਨੇ ਸੱਜਣ, ਇਹਨਾਂ ਨੂੰ ਕਹੋ ਕਿ ਟਾਈਟਲਰ ਨੂੰ ਔਰ ਸੱਜਣ ਕੁਮਾਰ ਨੂੰ ਸਜ਼ਾ ਦੇਣ। ਅੱਜ 3 ਸਾਲ ਹੋ ਗਏ ਨੇ, ਸਜ਼ਾ ਕਿਉਂ ਨਹੀਂ ਦੇ ਰਹੇ? ਬਰਾੜ ਜੀ ਅੱਧਾ ਟਾਈਮ ਲੈ ਕੇ ਬੋਲ ਲਓ। ਭਾਈ ਮੋਹਕਮ ਸਿੰਘ ਜੀ ਬੋਲੋ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਪ੍ਰਬੰਧਕ ਕਮੇਟੀ, ਮੈਂ ਇੱਕ ਬੇਨਤੀ ਕਰਦਾ ਬਰਾੜ ਸਾਹਿਬ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿੰਦੇ ਕਿ 29 ਤਰੀਕ ਨੂੰ ਜਨਰਲ ਇਜਲਾਸ ਹੋ ਰਿਹਾ ਹੈ। ਉੱਥੇ 2 ਗੱਲਾਂ ਕਰਨ ਵਾਲੀਆਂ ਨੇ। ਇੱਕ ਤਾਂ ਸਰਬਸੰਮਤੀ ਨਾਲ ਫੈਸਲਾ ਕਰੇ ਕਿ 5 ਸਾਲਾਂ ਤੋਂ ਬਾਅਦ ਜੇ ਇਲੈਕਸ਼ਨ ਸਰਕਾਰ ਨਹੀਂ ਕਰੇਗੀ ਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਜਾ ਕੇ ਪਾਰਲੀਮੈਂਟ ਦੇ ਮੂਹਰੇ ਬਹਿ ਜਾਣਗੇ। ਇੱਕ ਦੂਜਾ ਉਹ ਕਰੇ ਕਿ ਜਿਹੜੀ ਉਹਨਾਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ, ਅਜੇ ਤਾਂ ਉਹਦੇ ਤੇ ਜਨਰਲ ਇਜਲਾਸ ਨੇ ਮਤਾ ਪਾਸ ਕੀਤਾ ਸੀ ਕਿ ਇਹ ਸਹੀ ਹੈ ਮਾਫੀਨਾਮਾ, ਉਹ ਅਜੇ ਤੱਕ ਜਨਰਲ ਇਜਲਾਸ ਨੇ ਵਾਪਸ ਨਹੀਂ ਲਿਆ। ਉਹਦੇ ਬਾਰੇ ਉੱਥੇ ਕਹਿਣਾ ਚਾਹੀਦਾ ਕਿ ਅਸੀਂ ਇਸ ਨੂੰ ਵਾਪਸ ਲੈ ਰਹੇ ਹਾਂ, ਸਾਡੇ ਤੋਂ ਗਲਤੀ ਹੋ ਗਈ ਸੀ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਤੋਂ। ਅਸੀਂ ਅਣਗਹਿਲੀ ਕਰਕੇ, ਭੁੱਲ ਕਰਕੇ ਅਸੀਂ ਉਹਦੇ ਹੱਕ ਵਿੱਚ ਫੈਸਲਾ ਦਿੱਤਾ ਸੀ, ਜਿਹੜਾ ਕਿ ਬਾਅਦ ਵਿੱਚ ਸਾਨੂੰ ਪਛਤਾਵਾ ਹੈ। ਉਸ ਬੰਦੇ ਦਾ ਕਿਰਦਾਰ ਵੀ ਸਾਹਮਣੇ ਆ ਗਿਆ ਤੇ ਇਹ ਸਾਡੀ ਗਲਤੀ ਸੀ। ਕੌਮ ਤੋਂ ਮਾਫੀ ਮੰਗਣ, ਜਿਹੜਾ ਇਹਨਾਂ ਜਨਰਲ ਇਜਲਾਸ ਦੇ ਵਿੱਚ ਉਹਦੇ ਹੱਕ ਵਿੱਚ ਮਤਾ ਪਾਸ ਕੀਤਾ ਸੀ ਤੇ 95 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਇਹ ਪੋਸੀਬਲ ਹੈਗਾ ਗਰੇਵਾਲ ਸਾਹਿਬ ਜੋ ਭਾਈ ਮੋਹਕਮ ਸਿੰਘ ਕਹਿ ਰਹੇ ਨੇ ਪਰਿਵਾਰ ਤੋਂ ਕਰਾਇਆ ਜਾਵੇ। ਤੇ ਦੂਜਾ ਕਿਹਾ ਜਾਵੇ 5 ਸਾਲਾਂ ਬਾਅਦ ਅਸੀਂ ਹਰ ਹਾਲਤ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਉਣੀ ਹੈ। ਨਹੀਂ ਕਰੇਗੀ ਤੇ ਇਹ ਸਿਮਰਤ ਕੌਰ ਮੈਨੂੰ ਵੀ ਬੋਲ ਲੈਣ ਦਿਓ ਸ਼ਰਮਿਤ ਜੀ, ਮੈਂ ਵੀ ਕਹਿਣਾ ਕੁਝ।
ਦੇਖੋ ਸਮੱਸਿਆਵਾਂ ਅੱਧੀਆਂ ਸਮੱਸਿਆਵਾਂ ਦਾ ਠੀਕ ਹੈ ਗਰੇਵਾਲ ਸਾਹਿਬ ਨੂੰ ਬੋਲਣ ਦਿਓ ਜੀ 29 ਤਰੀਕ ਨੂੰ ਦੋ ਗੱਲਾਂ ਕਰਦੇ ਤੀਜੀ ਗੱਲ ਦੀ ਲੋੜ ਹੀ ਨਹੀਂ ਮੈਂ ਇਹਦੇ ਚ ਇਹ ਇਜਲਾਸ ਜਿਹੜੇ ਬਣੇ ਨੇ ਉਹ ਚਲਾਈ ਜਾ ਕਹਿਣਾ ਅਸੀਂ ਕੋਈ ਜਰਨਲਿਜ਼ਮ ਹੋਰ ਕਰਨਾ ਅਸੀਂ ਜਿੰਨਾ ਚਿਰ ਇਲੈਕਸ਼ਨ ਚੁੱਪ ਤਾਂ ਕਰਾਓ ਜੀ ਪਹਿਲਾਂ ਤਾਂ ਹੀ ਬੋਲੂਗਾ ਭਾਈ ਮੋਹਕਮ ਸਿੰਘ ਜ਼ਰਾ ਇਹਨਾਂ ਨੂੰ ਬੋਲਣ ਦਿਓ ਗਰੇਵਾਲ ਸਾਹਿਬ ਨੂੰ ਬੋਲਣ ਦਿਓ ਅਸੀਂ ਕਹਾਂਗੇ ਠੀਕ ਚਲਾ ਰਹੇ ਤੁਸੀਂ ਕਰੋ ਚਲਾਓ ਕੋਈ ਗੱਲ ਕਰੋ ਜਿਹਦੇ ਜਿਹੜੀ ਇੱਕ ਮਿੰਟ ਗਰੇਵਾਲ ਸਾਹਿਬ ਨੂੰ ਬੋਲਣ ਦਿਓ ਫਿਰ ਉਹ ਕਿਉਂ ਨਹੀਂ ਕਰਨੀ ਬਾਦਲ ਦੇ ਹਿੱਤ ਦੀ ਗੱਲ ਕਰਨੀ ਤੇ ਫਿਰ ਤਾਂ ਰੌਲਾ ਪੈਣਾ ਇਹ ਨਾ ਕਰੋ ਗਰੇਵਾਲ ਸਾਹਿਬ ਨੂੰ ਬੋਲਣ ਦਿਓ ਟਾਈਮ ਖਤਮ ਹੋ ਰਿਹਾ ਹੈ ਪਲੀਜ਼ ਭਾਈ ਮੋਹਕਮ ਸਿੰਘ ਜੀ ਮੈਨੂੰ ਵੀ ਅਹਿਮ ਨੇ ਜੇ ਤੁਹਾਡੀ ਕੋਈ ਸੁਣਦਾ ਭਾਈ ਮੋਹਕਮ ਸਿੰਘ ਜੀ ਜ਼ਰਾ ਗਰੇਵਾਲ ਸਾਹਿਬ ਨੂੰ ਬੋਲਣ ਦਿਓ ਨਾ ਬਾਦਲ ਸੁਣੇਗਾ ਨਾ ਮੈਂਬਰਾਂ ਦੇ ਪਾਸ ਦਾ ਰੋ ਸ਼ਾਇਦ ਉਹਨਾਂ ਤੱਕ ਆਵਾਜ਼ ਨਹੀਂ ਜਾ ਰਹੀ ਹੈ ਗਰੇਵਾਲ ਸਾਹਿਬ ਮੈਂ ਸ਼ਰਮਿਤ ਜੀ ਹਰ ਹਾਲਤ ਵਿੱਚ ਹੋਵੇ ਮੈਂ ਸ਼ਰਮਿਤ ਜੀ ਇੱਕੋ ਗੱਲ ਕਹਿਣੀ ਚਾਹੁੰਦਾ ਭਾਈ ਮੋਹਕਮ ਸਿੰਘ ਨੂੰ ਚੁੱਪ ਤਾਂ ਕਰਾਓ ਸ਼੍ਰੋਮਣੀ ਕਮੇਟੀ ਦੇ ਨਾਂ ਦੇ ਭਾਈ ਮੋਹਕਮ ਸਿੰਘ ਇੱਕ ਮਿੰਟ ਗਰੇਵਾਲ ਸਾਹਿਬ ਨੂੰ ਬੋਲਣ ਦਿਓ ਟਾਈਮ ਖਤਮ ਹੋ ਰਿਹਾ ਸਮਾਂ ਖਤਮ ਹੋ ਰਿਹਾ ਤੇ ਉਹਦੀ ਖਿਮਾ ਜਾਚਨਾ ਕਰਨ ਕੌਮ ਦੇ ਕੋਲੋਂ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰ ਖੜ ਕੇ ਅਰਦਾਸ ਕਰਨ ਗੁਰੂ ਗ੍ਰੰਥ ਸਾਹਿਬ ਹਾਂਜੀ ਗਰੇਵਾਲ ਸਾਹਿਬ ਇਸ ਤਰ੍ਹਾਂ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਸ਼ਰਮਿਤ ਜੀ ਆ ਜਿੰਨੇ ਵੀ ਦਰਸ਼ਕ ਸੁਣ ਰਹੇ ਨੇ ਨਾ ਭਾਰਤੀ ਜਨਤਾ ਪਾਰਟੀ ਤੇ ਨਾ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਸਿੱਖਾਂ ਦੇ ਕਿਸੇ ਵੀ ਹੋਰ ਵੀ ਕਿਸੇ ਧਰਮ ਦੇ ਮਾਮਲਿਆਂ 'ਚ ਅਸੀਂ ਦਖਲਅੰਦਾਜ਼ੀ ਨਹੀਂ ਕਰਦੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੰਨਦੇ ਆ ਸਾਡਾ ਨਾਂ ਕਿਰਪਾ ਕਰਕੇ ਜਾਣ ਬੁੱਝ ਕੇ ਇਹ ਹਰ ਗੱਲ 'ਚ ਘਸੀਟਦੇ ਆ ਤੇ ਸਾਡਾ ਨਾਂ ਇਹਦੇ 'ਚ ਨਾ ਘਸੀਟਣ ਇਹਨਾਂ ਦੇ ਆਪਣੀ ਮਨਸ਼ਾ ਹੈਗੀ ਆ ਇਹ ਬਿਨਾਂ ਗੱਲਬਾਤ ਤੋਂ ਕਹਿੰਦੇ ਆ ਕਿ ਬੀਜੇਪੀ ਆ ਕਰਦੀ ਆ ਆਰਐਸਐਸ ਆ ਕਰਦਾ ਅਸੀਂ ਬਿਲਕੁਲ ਸਿੱਖ ਧਰਮ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕਿਸੇ ਵੀ ਧਰਮ 'ਚ ਦਖਲਅੰਦਾਜ਼ੀ ਨਹੀਂ ਕਰਦੇ ਨਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਲੜਨੀਆਂ ਨੇ ਨਾ ਸਾਡਾ ਕੋਈ ਉਹਦਾ ਮਤਲਬ ਆ ਚਲੋ ਠੀਕ ਹੈ ਆਪਣਾ ਗੁਰਦੁਆਰਾ ਸਾਹਿਬਾਨ 'ਚ ਜੇ ਸਾਨੂੰ ਮੱਥਾ ਟੇਕਣ ਦੀ ਇਜਾਜ਼ਤ ਦੇਣ ਤਾਂ ਉਹ ਇਜਾਜ਼ਤ ਦੇ ਦੇਣ ਧੰਨਵਾਦ ਸਾਰੇ ਮਹਿਮਾਨਾਂ ਦਾ ਧੰਨਵਾਦ ਕੁਲਤਾਰ ਸਿੰਘ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਨੇ ਕਿਹਾ ਸੀ ਕਿ ਆਵਾਂਗੇ ਪਰ ਉਹ ਨਹੀਂ ਪਹੁੰਚੇ ਇਹ ਵੀ ਤੁਸੀਂ ਦੇਖ ਰਹੇ ਹੋ ਕਾਂਗਰਸ ਤਾਰਾ ਸਿੰਘ ਸੰਧੂ ਗਰੇਵਾਲ ਸਾਹਿਬ ਤੇ ਬਰਾੜ ਸਾਹਿਬ ਭਾਈ ਮੋਹਕਮ ਸਿੰਘ ਤੇ ਤਰਸੀਮ ਸਿੰਘ ਜੀ ਧੰਨਵਾਦ ਸਾਡੇ ਨਾਲ ਇਸ ਮੁੱਦੇ ਕੀ ਬਾਤ ਵਿੱਚ ਜੁੜਨ ਦੇ ਲਈ ਤੇ ਮੁੱਦੇ ਕੀ ਬਾਤ ਵਿੱਚ ਅਸੀਂ ਸਵਾਲ ਪੁੱਛਿਆ ਸਿੰਘ ਸਾਹਿਬਾਨਾ ਤੇ ਐਸਜੀਪੀਸੀ ਦੇ ਫੈਸਲੇ ਸਿਆਸੀ ਪ੍ਰਭਾਵ ਵਿੱਚ ਹੁੰਦੇ ਨੇ ਕੀ ਬੈਂਸ ਭਰਾਵਾਂ ਦਾ ਬਿਆਨ ਸਹੀ ਹੈ ਜਵਾਬ ਤੁਹਾਡੇ ਜਿਹੜੇ ਐਸਐਮਐਸ ਰਾਹੀਂ ਆਏ ਨੇ ਉਹ ਹੁਣ ਸਕਰੀਨ ਤੇ ਹੋਣਗੇ ਅੱਜ ਦਾ ਜਵਾਬ ਤੁਹਾਡੀ ਸਕਰੀਨ ਤੇ ਹੈ 95% ਲੋਕ ਹਾਂ ਵਿੱਚ ਜਵਾਬ ਦੇ ਰਹੇ ਨੇ 5% ਲੋਕ ਨਾ ਵਿੱਚ ਜਵਾਬ ਦੇ ਰਹੇ ਨੇ